ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਘੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਇਮੀਗ੍ਰੇਸ਼ਨ ਦਾ ਰਿਕਾਰਡ ਰਿਹਾ ਕਾਇਮ, 10,000 ਤੋਂ ਵੱਧ ਨੂੰ ਮਿਲੀ ਪੀਆਰ। ਇਸ ਹਫ਼ਤੇ ਫਿਰ ਪਵੇਗੀ ਸਨੋ, ਜਾਣੋ ਮੌਸਮ ਦੇ ਹਾਲਾਤ। ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ, 2 ਵਿਅਕਤੀ ਹੋਏ ਜ਼ਖਮੀ। ਡੈਨੀ 14 ਨੂੰ ਮਿਲੀ ਵੱਡੀ ਰਾਹਤ, ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਹੋਈ ਬਰੀ। ਇਮੀਗ੍ਰੇਸ਼ਨ ਬਾਰੇ ਵੱਡੀ ਖਬਰ ਸਾਹਮਣੇ ਆਈ, ਜਿੱਥੇ ਇਮੀਗ੍ਰੇਸ਼ਨ ਦਾ ਰਿਕਾਰਡ ਕਾਇਮ ਰਿਹਾ। 10,000 ਤੋਂ ਵੱਧ ਲੋਕਾਂ ਨੂੰ ਪੀਆਰ ਹਾਸਲ ਹੋਈ ਹੈ। ਇਮੀਗ੍ਰੇਸ਼ਨ ਦੀ ਇਹ ਜਾਣਕਾਰੀ ਇੱਕ ਖਾਸ ਸੂਬੇ ਤੋਂ ਸਾਹਮਣੇ ਆਈ, ਜਿੱਥੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਲੋਕਾਂ ਨੂੰ ਪ੍ਰੋਵਿੰਸ ਦੇ ਵਿੱਚ ਪੀਆਰ ਦਿੱਤੀ ਗਈ ਹੈ। ਇਸ ਬਾਰੇ ਉਹਨਾਂ ਵੱਲੋਂ ਕੀ ਹੋਰ ਡਿਟੇਲ ਸਾਂਝੀ ਕੀਤੀ ਗਈ, ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਇਮੀਗ੍ਰੇਸ਼ਨ ਦਾ ਰਿਕਾਰਡ ਕਾਇਮ ਰਿਹਾ। ਜੀ ਹਾਂ, ਇਸ ਬਾਰੇ ਨੋਵਾ ਸਕੋਸ਼ੀਆ ਸੂਬੇ ਤੋਂ ਇਹ ਜਾਣਕਾਰੀ ਸਾਹਮਣੇ ਆਈ, ਜਿੱਥੇ ਇਮੀਗ੍ਰੇਸ਼ਨ ਦਾ ਰਿਕਾਰਡ ਹੁਣ ਇੱਕ ਵਾਰ ਫਿਰ ਤੋਂ ਕਾਇਮ ਰਿਹਾ। ਸਤੰਬਰ ਮਹੀਨੇ ਤੱਕ 10,000 ਤੋਂ ਵੱਧ ਲੋਕਾਂ ਵੱਲੋਂ ਪੀਆਰ ਹਾਸਲ ਕੀਤੀ ਗਈ। ਜੀ ਹਾਂ, ਨੋਵਾ ਸਕੋਸ਼ੀਆ ਸੂਬੇ ਵੱਲੋਂ ਸਾਲ 2022 ਦੌਰਾਨ ਵੀ ਇਮੀਗ੍ਰੇਸ਼ਨ ਰਿਕਾਰਡ ਕਾਇਮ ਰੱਖਿਆ ਗਿਆ, ਕਿਉਂਕਿ ਪ੍ਰੋਵਿੰਸ ਵਿੱਚ ਸਤੰਬਰ ਮਹੀਨੇ ਤੱਕ 10,000 ਤੋਂ ਵਧੇਰੇ ਲੋਕਾਂ ਨੂੰ ਪੀਆਰ ਮਿਲੀ। ਪ੍ਰੋਵਿੰਸ ਦੀ ਡਿਪਟੀ ਇਮੀਗ੍ਰੇਸ਼ਨ ਮੰਤਰੀ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਨੋਵਾ ਸਕੋਸ਼ੀਆ ਨੇ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਵੱਧ ਵਿਅਕਤੀਆਂ ਨੂੰ ਪੀਆਰ ਦਿੱਤੀ। ਡਿਪਟੀ ਇਮੀਗ੍ਰੇਸ਼ਨ ਮੰਤਰੀ ਦਾ ਕਹਿਣਾ ਹੈ ਕਿ ਇਸ ਸਾਲ ਜਨਵਰੀ ਤੋਂ ਲੈ ਕੇ ਸਤੰਬਰ ਤੱਕ 10,670 ਵਿਅਕਤੀਆਂ ਨੂੰ ਪੀਆਰ ਹਾਸਲ ਹੋ ਚੁੱਕੀ ਹੈ। ਮਿਨਿਸਟਰ ਦੇ ਦੱਸਣ ਮੁਤਾਬਕ ਇਹ ਕਿਸੇ ਵੀ ਪਿਛਲੇ ਸਾਲ ਨਾਲੋਂ ਵੱਧ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਕੋਲ 3 ਹੋਰ ਮਹੀਨੇ ਦੀਆਂ ਅਰਜ਼ੀਆਂ ਅਜੇ ਬਾਕੀ ਹਨ। ਇਸ ਤੋਂ ਇਲਾਵਾ ਉਹ ਕਹਿੰਦੇ ਨੇ ਕਿ ਕੈਨੇਡਾ ਵਿੱਚ ਪ੍ਰਵਾਸ ਕਰਨ ਅਤੇ ਨੋਵਾ ਸਕੋਸ਼ੀਆ ਵਿੱਚ ਵਸਣ ਦੇ ਚਾਹਵਾਨ ਲੋਕਾਂ ਦੀ ਕੋਈ ਕਮੀ ਨਹੀਂ ਹੈ। ਦੱਸ ਦਈਏ ਕਿ ਪ੍ਰੋਵਿੰਸ ਸਰਕਾਰ ਵੱਲੋਂ ਕੁਝ ਅੰਕੜੇ ਜਾਰੀ ਕੀਤੇ ਗਏ, ਜਿਨ੍ਹਾਂ ਮੁਤਾਬਕ ਸਾਲ 2021 ਦੌਰਾਨ 9,020 ਨਵੇਂ ਪੀਆਰ ਪ੍ਰੋਵਿੰਸ ਦੇ ਵਿੱਚ ਆਏ। ਸਾਲ 2019 ਵਿੱਚ ਪ੍ਰੋਵਿੰਸ ਅੰਦਰ 7,500 ਵਿਅਕਤੀ ਆਏ, ਜੋ ਕਿ ਰਿਕਾਰਡ ਸੀ। 2000 ਦੇ ਦਹਾਕੇ ਦੇ ਸ਼ੁਰੂਆਤ ਵਿੱਚ ਹਰ ਸਾਲ ਔਸਤਨ 1,000 ਤੋਂ ਵੱਧ ਨਵੇਂ ਲੋਕ ਨੋਵਾ ਸਕੋਸ਼ੀਆ ਵਿੱਚ ਆ ਕੇ ਸੈਟਲ ਹੋ ਰਹੇ ਨੇ, ਪਰ ਹਾਲ ਹੀ ਵਿੱਚ ਇਮੀਗ੍ਰੇਸ਼ਨ ਅੰਦਰ ਵਾਧਾ ਹੋਇਆ। ਡਿਪਟੀ ਇਮੀਗ੍ਰੇਸ਼ਨ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਕੋਲ ਟਰੱਕ ਡਰਾਈਵਰ, ਨਰਸਾਂ, ਡਾਕਟਰ ਅਤੇ ਅਧਿਆਪਕ ਆਦਿ ਬਿਨੇਕਾਰ ਹਨ। ਉਹ ਕਹਿੰਦੇ ਨੇ ਕਿ ਅਸੀਂ ਕਾਬਿਲ ਲੋਕਾਂ ਨੂੰ ਲਿਆ ਕੇ ਪ੍ਰੋਵਿੰਸ ਦੀ ਆਰਥਿਕਤਾ ਵਿੱਚ ਵਾਧਾ ਕਰਨਾ ਚਾਹੁੰਦੇ ਹਾਂ। ਇਸ ਤੋਂ ਇਲਾਵਾ ਉਹ ਕਹਿੰਦੇ ਨੇ ਕਿ ਪ੍ਰੋਵਿੰਸ ਵਿੱਚ ਪ੍ਰਵਾਸੀ ਹੈਲੀਫੈਕਸ ਤੋਂ ਇਲਾਵਾ ਹੋਰਨਾਂ ਛੋਟੇ ਸ਼ਹਿਰਾਂ ਜਿਵੇਂ ਕਿ ਪਿਕਟੋ, ਕੇਪ ਬ੍ਰੈਟਨ ਅਤੇ ਡਿਗਰੀ ਵਿੱਚ ਜਾ ਕੇ ਵਸ ਰਹੇ ਹਨ। ਜ਼ਿਕਰਯੋਗ ਹੈ ਕਿ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਕਾਫੀ ਵੱਡੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ, ਜਿੱਥੇ ਇੱਕ ਪਾਸੇ ਇਮੀਗ੍ਰੇਸ਼ਨ ਵਿੱਚ ਬਦਲਾਵ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਅਲੱਗ-ਅਲੱਗ ਸੂਬਿਆਂ ਤੋਂ ਵੀ ਇਸ ਬਾਰੇ ਰਾਹਤ ਦੀ ਖਬਰ ਸਾਹਮਣੇ ਆ ਰਹੀ ਹੈ। ਇਸ ਹਫ਼ਤੇ ਇੱਕ ਵਾਰ ਫਿਰ ਤੋਂ ਅਲੱਗ-ਅਲੱਗ ਹਿੱਸਿਆਂ ਵਿੱਚ ਸਨੋ ਪਵੇਗੀ ਤੇ ਬਾਅਦ ਦੇ ਵਿੱਚ ਕੁਝ ਥਾਵਾਂ ਤੇ ਬਰਸਾਤ ਪੈਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ। ਦਰਅਸਲ ਮੌਸਮ ਦੀ ਇਹ ਜਾਣਕਾਰੀ ਵੈਨਕੂਵਰ ਤੋਂ ਸਾਹਮਣੇ ਆਈ, ਜਿੱਥੇ ਇਨਵਾਇਰਨਮੈਂਟ ਕੈਨੇਡਾ ਵੱਲੋਂ ਕੁਝ ਹਿੱਸਿਆਂ ਵਾਸਤੇ ਇੱਕ ਵਾਰ ਫਿਰ ਤੋਂ ਚੇਤਾਵਨੀ ਜਾਰੀ ਕੀਤੀ ਗਈ, ਜਿੱਥੇ ਦੱਸਿਆ ਗਿਆ ਹੈ ਕਿ ਪਹਿਲਾਂ ਸਨੋ ਪਏਗੀ ਤੇ ਬਾਅਦ ਦੇ ਵਿੱਚ ਕੁਝ ਥਾਵਾਂ ਤੇ ਬਰਸਾਤ ਜਾਣੀ ਕਿ ਹਲਕੀ ਬੂੰਦਾਬਾਂਦੀ ਪੈਣ ਦੀ ਵੀ ਸੰਭਾਵਨਾ ਹੈ। ਵੈਨਕੂਵਰ ਵਿੱਚ ਅੱਜ ਹਲਕੀ ਬਰਫ਼ਬਾਰੀ ਹੋਏਗੀ, ਜਿਸ ਤੋਂ ਬਾਅਦ ਬਰਸਾਤ ਪੈਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਜੀ ਹਾਂ, ਕੁਝ ਹਿੱਸਿਆਂ ਵਾਸਤੇ ਇਨਵਾਇਰਨਮੈਂਟ ਕੈਨੇਡਾ ਵੱਲੋਂ ਇੱਕ ਵੈਦਰ ਸਟੇਟਮੈਂਟ ਜਾਰੀ ਕੀਤੀ ਗਈ ਹੈ, ਜਿੱਥੇ ਦੱਸਿਆ ਗਿਆ ਕਿ ਵੈਨਕੂਵਰ ਦੇ ਕੁਝ ਹਿੱਸਿਆਂ ਵਿੱਚ ਵਾਤਾਵਰਣ ਜਾਂ ਫਿਰ ਤਾਪਮਾਨ ਕਿਸ ਤਰ੍ਹਾਂ ਰਹਿਣ ਵਾਲਾ ਹੈ। ਵਿਭਾਗ ਦੇ ਦੱਸਣ ਮੁਤਾਬਕ ਸ਼ੁਰੂਆਤ ਹਲਕੀ ਸਨੋ ਤੋਂ ਹੋਏਗੀ, ਜਿਸ ਤੋਂ ਬਾਅਦ ਬਾਰਿਸ਼ ਪੈਣ ਦੀ ਸੰਭਾਵਨਾ ਹੈ। ਇਨਵਾਇਰਨਮੈਂਟ ਐਂਡ ਕਲਾਈਮੇਟ ਚੇਂਜ ਕੈਨੇਡਾ ਦੇ ਮੁਤਾਬਕ ਤਾਪਮਾਨ 3 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਜਾ ਸਕਦਾ ਹੈ। ਲਗਾਤਾਰ ਇਸ ਬਾਰੇ ਵੈਬਸਾਈਟ ਦੇ ਉੱਪਰ ਵੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਏਜੰਸੀ ਦਾ ਕਹਿਣਾ ਹੈ ਕਿ ਸਨੋ ਕਾਫੀ ਹਲਕੀ ਪਏਗੀ, ਪਰ ਮੌਸਮ ਕਾਫੀ ਠੰਡਾ ਰਹੇਗਾ ਤੇ ਰਸਤਿਆਂ ਉੱਪਰ ਤਿਲਕਣ ਦੀ ਸਥਿਤੀ ਬਣ ਸਕਦੀ ਹੈ। ਇਸ ਤੋਂ ਇਲਾਵਾ ਇਨਵਾਇਰਨਮੈਂਟ ਕੈਨੇਡਾ ਦੇ ਦੱਸਣ ਮੁਤਾਬਕ ਰਾਤ ਵੇਲੇ ਬੂੰਦਾਬਾਂਦੀ ਹੋਏਗੀ ਤੇ ਤਾਪਮਾਨ 2 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਜਾਵੇਗਾ। ਮੈਟਰੋ ਵੈਨਕੂਵਰ ਵਿੱਚ ਇਸ ਹਫ਼ਤੇ ਜ਼ਿਆਦਾ ਸਨੋ ਪੈਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ। ਸ਼ਨੀਵਾਰ ਰਾਤ ਨੂੰ ਹਲਕੀ ਬੂੰਦਾਬਾਂਦੀ ਹੋਵੇਗੀ ਤੇ ਰਾਤ ਵੇਲੇ ਤਾਪਮਾਨ -1 ਡਿਗਰੀ ਦਰਜ ਕੀਤਾ ਜਾਵੇਗਾ। ontario ਦੇ ਹਾਈਵੇ 401 ਤੇ ਇੱਕ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ, ਜਿਸ ਵਿੱਚ ਸਵਾਰ 2 ਜਾਣੇ ਜ਼ਖਮੀ ਪਾਏ ਗਏ। ਇਹ ਜਹਾਜ਼ ਹਾਦਸੇ ਦਾ ਸ਼ਿਕਾਰ ਕਿਸ ਤਰ੍ਹਾਂ ਹੋਇਆ, ਇਸ ਬਾਰੇ ਵੀ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ, ਪਰ ਜਿਹੜੇ ਪੀੜਤ ਨੇ ਉਹਨਾਂ ਦੀ ਪਹਿਚਾਣ ਨਹੀਂ ਦੱਸੀ ਗਈ। ਇਹ ਇੱਕ ਛੋਟਾ ਜਹਾਜ਼ ਸੀ, ਜਿਸ ਦਾ ਇੱਕ ਇੰਜਣ ਸੀ। ਹੁਣ ਆਫੀਸਰਸ ਵੱਲੋਂ ਦੱਸਿਆ ਗਿਆ ਕਿ ਉਹ ਇਸ ਮਾਮਲੇ ਦੀ ਵਧੇਰੇ ਜਾਂਚ ਪੜਤਾਲ ਕਰ ਰਹੇ ਹਨ। ਇੱਕ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਵਿੱਚ 2 ਜਾਣੇ ਜ਼ਖਮੀ ਹੋਏ ਨੇ। ਇਹ ਮਾਮਲਾ ਓਨਟਾਰੀਓ ਨਾਲ ਜੁੜਿਆ ਹੋਇਆ ਹੈ, ਜਿੱਥੇ 2 ਸੀਟਾਂ ਵਾਲੇ ਜਹਾਜ਼ ਨਾਲ ਹਾਦਸਾ ਵਾਪਰ ਗਿਆ।
ਜੀ ਹਾਂ, ਓਨਟਾਰੀਓ ਵਿੱਚ ਕਿਊਬਿਕ ਓਨਟਾਰੀਓ ਬਾਰਡਰ ਨਜ਼ਦੀਕ ਹਾਈਵੇ 401 ਉੱਪਰ ਹਵਾਈ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਜਹਾਜ਼ ਵਿੱਚ 2 ਮੁਸਾਫਿਰ ਬੈਠੇ ਹੋਏ ਸਨ ਜੋ ਕਿ ਜ਼ਖਮੀ ਹੋ ਗਏ। ਓਨਟਾਰੀਓ ਪੁਲਿਸ ਵੱਲੋਂ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਕਿਹਾ ਗਿਆ ਕਿ ਇੱਕ ਮਰੀਜ਼ ਨੂੰ ਗੰਭੀਰ ਹਾਲਤ ਤੇ ਚੱਲਦਿਆਂ ਹਸਪਤਾਲ ਲੈ ਕੇ ਜਾਇਆ ਗਿਆ ਤੇ ਦੂਸਰੇ ਪੀੜਤ ਨੂੰ ਹਵਾਈ ਜਹਾਜ਼ ਰਾਹੀਂ ਹਸਪਤਾਲ ਪਹੁੰਚਾਇਆ ਗਿਆ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੂੰ ਰਾਤ ਕਰੀਬ 8:15 ਦੇ ਕਰੀਬ ਇਸ ਘਟਨਾ ਦੇ ਸੰਬੰਧ ਵਿੱਚ ਬੁਲਾਇਆ ਗਿਆ। ਉਨ੍ਹਾਂ ਵੱਲੋਂ ਪ੍ਰੈਸ ਰਿਲੀਜ਼ ਦੇ ਵਿੱਚ ਦੱਸਿਆ ਗਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਿਆ ਕਿ ਕਿਊਬਿਕ ਵਿੱਚ ਸਲਾਬਰੀ ਡੀ ਬੈਲੀਫੀਲਡ ਤੋਂ ਉਡਾਨ ਭਰਨ ਤੋਂ ਬਾਅਦ ਜਹਾਜ਼ ਵਿੱਚ ਕੋਈ ਸਮੱਸਿਆ ਆ ਗਈ। ਜਹਾਜ਼ ਦੀ ਮੰਜ਼ਿਲ ਦਾ ਅਜੇ ਪਤਾ ਨਹੀਂ ਲੱਗ ਸਕਿਆ। ਪੁਲਿਸ ਅਧਿਕਾਰੀਆਂ ਵੱਲੋਂ ਪੁਸ਼ਟੀ ਕੀਤੀ ਗਈ ਕਿ ਹਵਾਈ ਜਹਾਜ਼ ਉਤਰਨ ਵੇਲੇ ਹਾਈਡਰੋ ਤਾਰਾਂ ਦੇ ਨਾਲ ਟਕਰਾ ਗਿਆ। ਜਦੋਂ ਇੱਕ ਖਬਰ ਸਾਹਮਣੇ ਆਈ ਤਾਂ ਹਾਈਵੇ 401 ਨੂੰ ਕੁਝ ਸਮੇਂ ਲਈ ਬੰਦ ਰੱਖਿਆ ਗਿਆ, ਜਿਸ ਨੂੰ ਮੁੜ ਖੋਲ੍ਹ ਦਿੱਤਾ ਗਿਆ ਹੈ। ਕੈਨੇਡਾ ਦੇ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ, ਜਿਸ ਵਾਸਤੇ ਟੀਮ ਵੀ ਲਗਾ ਦਿੱਤੀ ਗਈ। ਦੱਸ ਦਈਏ ਕਿ ਇਸ ਜਹਾਜ਼ ਦੀਆਂ 2 ਸੀਟਾਂ ਸਨ ਤੇ ਇੱਕ ਇੰਜਣ ਸੀ। ਹਾਈਡਰੋ ਵਨ ਦਾ ਕਹਿਣਾ ਹੈ ਕਿ ਮੰਗਲਵਾਰ ਸਵੇਰੇ ਖੇਤਰ ਦੀ ਸਾਰੀ ਬਿਜਲੀ ਬਹਾਲ ਕਰ ਦਿੱਤੀ ਗਈ। ਫਿਲਹਾਲ ਇਸ ਘਟਨਾ ਦੇ ਸੰਬੰਧ ਵਿੱਚ ਜਾਂਚ ਪੜਤਾਲ ਜਾਰੀ ਹੈ, ਜਿਸ ਤੋਂ ਬਾਅਦ ਅਗਲੀ ਅਪਡੇਟ ਦਿੱਤੀ ਜਾਵੇਗੀ। ਇਸ ਮਾਮਲੇ ਵਿੱਚ ਜਿਹੜੇ 2 ਪੀੜਤ ਪਾਏ ਗਏ ਉਹਨਾਂ ਦੀ ਪਹਿਚਾਣ ਅਜੇ ਜਨਤਕ ਨਹੀਂ ਕੀਤੀ ਗਈ। ਡੈਨੀ ਫੋਰਟਨ ਨੂੰ ਵੱਡੀ ਰਾਹਤ ਮਿਲੀ ਹੈ। ਜਿਸ ਮਾਮਲੇ ਦੇ ਵਿੱਚ ਉਹਨਾਂ ਉੱਪਰ ਇਲਜ਼ਾਮ ਲੱਗ ਰਹੇ ਸਨ, ਉਸ ਸੰਬੰਧੀ ਜੱਜ ਵੱਲੋਂ ਆਪਣਾ ਫੈਸਲਾ ਸੁਣਾਇਆ ਗਿਆ। ਦਰਅਸਲ ਡੈਨੀ ਫੋਰਟਨ ਦੇ ਉੱਪਰ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲੱਗੇ, ਜਿਸ ਤੋਂ ਬਾਅਦ ਜੱਜ ਨੇ ਆਪਣਾ ਫੈਸਲਾ ਸੁਣਾਉਂਦਿਆਂ ਡੈਨੀ ਨੂੰ ਹਰੀ ਝੰਡੀ ਦਿੱਤੀ ਹੈ। ਡੈਨੀ ਫੋਰਟਨ ਨੂੰ ਹੁਣ ਹਰੀ ਝੰਡੀ ਮਿਲ ਗਈ ਹੈ। ਜਿਨਸੀ ਸ਼ੋਸ਼ਣ ਦੇ ਦੋਸ਼ਾਂ 'ਚੋਂ ਉਨ੍ਹਾਂ ਨੂੰ ਬਰੀ ਕਰ ਦਿੱਤਾ ਗਿਆ। ਦੱਸ ਦਈਏ ਕਿ ਫੋਰਟਨ ਵੈਕਸੀਨ ਮੁਹਿੰਮ ਦੀ ਅਗਵਾਈ ਕਰ ਚੁੱਕੇ ਨੇ। ਜੀ ਹਾਂ, ਮੇਜਰ ਜਨਰਲ ਡੈਨੀ ਫੋਰਟਨ ਨੂੰ ਰਾਹਤ ਮਿਲੀ ਹੈ, ਜਿੱਥੇ ਕਿਊਬਿਕ ਕੋਰਟ ਨੇ ਜਿਨਸੀ ਸ਼ੋਸ਼ਣ ਦੇ ਮਾਮਲੇ ਦੇ ਵਿੱਚ ਉਨ੍ਹਾਂ ਨੂੰ ਬਰੀ ਕਰ ਦਿੱਤਾ। ਫੋਰਟਨ ਨੇ ਅਦਾਲਤ ਦੇ ਬਾਹਰ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ, ਜਿੱਥੇ ਉਨ੍ਹਾਂ ਦੱਸਿਆ ਕਿ ਮੈਂ ਅੱਜ ਜੱਜ ਦੇ ਫੈਸਲੇ ਤੋਂ ਬਹੁਤ ਰਾਹਤ ਮਹਿਸੂਸ ਕਰ ਰਿਹਾ ਹਾਂ। ਮੈਂ ਉਹ ਨਹੀਂ ਕੀਤਾ ਜੋ ਮੇਰੇ ਤੇ ਦੋਸ਼ ਲੱਗੇ ਸਨ। ਕਿਊਬਿਕ ਦੇ ਗੈਟਿਨੋ ਸ਼ਹਿਰ ਦੇ ਇੱਕ ਪੁਲਿਸ ਸਟੇਸ਼ਨ ਦੇ ਵਿੱਚ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ। ਦਹਾਕਿਆਂ ਪਹਿਲਾਂ ਕਥਿਤ ਤੌਰ ਤੇ ਵਾਪਰੇ ਇੱਕ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਮੇਜਰ ਜਨਰਲ ਡੈਨੀ ਨੂੰ ਚਾਰਜ ਕੀਤਾ ਗਿਆ। ਕਥਿਤ ਜਿਨਸੀ ਸ਼ੋਸ਼ਣ ਦੀ ਘਟਨਾ ਸਾਲ 1988 ਦੌਰਾਨ ਵਾਪਰੀ, ਜਿਸ ਵੇਲੇ ਡੈਨੀ ਰਾਇਲ ਮਿਲਟਰੀ ਕਾਲਜ ਦੇ ਵਿੱਚ ਵਿਦਿਆਰਥੀ ਸਨ। ਜਿਨ੍ਹਾਂ ਨੇ ਸ਼ਿਕਾਇਤ ਕੀਤੀ, ਉਹਨਾਂ ਦਾ ਕਹਿਣਾ ਹੈ ਕਿ ਉਹ ਬਿਨਾਂ ਸ਼ੱਕ ਇਹ ਕਹਿ ਸਕਦੀ ਹੈ ਕਿ ਫੋਰਟਨ ਹੀ ਸਨ ਜਿਸ ਨੇ ਸਾਲ 1988 ਵਿੱਚ ਉਹਨਾਂ ਨਾਲ ਜਿਨਸੀ ਸ਼ੋਸ਼ਣ ਕੀਤਾ ਸੀ, ਜਦੋਂ ਉਹ ਦੋਵੇਂ ਰਾਇਲ ਮਿਲਟਰੀ ਕਾਲਜ ਵਿੱਚ ਪੜ੍ਹਦੇ ਸਨ। ਜੱਜ ਨੇ ਸ਼ਿਕਾਇਤ ਕਰਨ ਵਾਲੇ ਦੀ ਗੱਲ ਦੇ ਉੱਪਰ ਯਕੀਨ ਕੀਤਾ, ਪਰ ਉਕਤ ਹਮਲਾਵਰ ਫੋਰਟਨ ਸੀ ਜੋ ਇਸ ਗੱਲ ਨੂੰ ਸਵੀਕਾਰ ਨਹੀਂ ਕਰ ਰਹੇ ਸਨ। ਇਸ ਤੋਂ ਇਲਾਵਾ ਦੱਸ ਦਈਏ ਕਿ ਜੱਜ ਦਾ ਕਹਿਣਾ ਸੀ ਕਿ ਸਬੂਤ ਦੱਸਦੇ ਹਨ ਕਿ ਉਸ ਵੇਲੇ ਰਾਇਲ ਮਿਲਟਰੀ ਕਾਲਜ ਦੇ ਲਗਭਗ 90% ਵਿਦਿਆਰਥੀ ਪੁਰਸ਼ ਸਨ। ਜੱਜ ਨੇ ਕਿਹਾ ਕਿ ਸ਼ਿਕਾਇਤਕਰਤਾ ਨੇ ਇੱਕ ਹਮਲਾਵਰ ਦਾ ਵਰਣਨ ਕੀਤਾ ਜਿਸ ਦਾ ਮੁਹਾਂਦਰਾ ਅਤੇ ਸਰੀਰਕ ਡੀਲ ਡੋਲ ਬਹੁਤ ਸਾਰੇ ਲੋਕਾਂ ਵਾਂਗ ਸਨ ਤੇ ਸ਼ਿਕਾਇਤਕਰਤਾ ਨੇ ਕੋਈ ਖਾਸ ਪਛਾਣਯੋਗ ਵਿਸ਼ੇਸ਼ਤਾਵਾਂ ਨਹੀਂ ਦੱਸੀਆਂ। ਸ਼ਿਕਾਇਤ ਕਰਨ ਵਾਲੇ ਨੇ ਇਹ ਵੀ ਗਵਾਹੀ ਦਿੱਤੀ ਕਿ ਹਮਲੇ ਦੌਰਾਨ ਪਾਰਕਿੰਗ ਲਾਟ ਤੋਂ ਰੋਸ਼ਨੀ ਉਸ ਦੇ ਕਮਰੇ ਵਿੱਚ ਚਮਕ ਰਹੀ ਸੀ। ਜੱਜ ਨੇ ਕਿਹਾ ਕਿ ਫੋਰਟਨ ਕੋਲ ਪਾਰਕਿੰਗ ਸਥਾਨ ਅਤੇ ਕੈਂਪਸ ਦੇ ਨਕਸ਼ੇ ਸਨ ਜੋ ਦੱਸਦੇ ਹਨ ਕਿ ਲਾਈਟਾਂ ਇੰਨੀਆਂ ਨੇੜੇ ਨਹੀਂ ਸਨ ਜਿੰਨੀਆਂ ਸ਼ਿਕਾਇਤਕਰਤਾ ਨੂੰ ਯਾਦ ਨੇ। ਜੱਜ ਨੇ ਕਿਹਾ ਕਿ ਫੋਰਟਨ ਨੇ ਦਾਅਵਾ ਕੀਤਾ ਕਿ ਉਸਨੇ ਕਦੇ ਵੀ ਸ਼ਿਕਾਇਤਕਰਤਾ ਦੇ ਕਮਰੇ ਵਿੱਚ ਪੈਰ ਨਹੀਂ ਰੱਖਿਆ। ਜੱਜ ਦਾ ਇਸ ਤੋਂ ਇਲਾਵਾ ਕਹਿਣਾ ਹੈ ਕਿ ਉਸ ਦੀ ਗਵਾਹੀ ਸਪਸ਼ਟ ਅਤੇ ਇਕਸਾਰ ਸੀ। ਬੱਚਿਆਂ ਨੂੰ ਇਲਾਜ ਮੁਹੱਈਆ ਕਰਵਾਉਣ ਵਿੱਚ ਦੇਰੀ ਹੋ ਰਹੀ ਹੈ, ਜਿਸ ਤੋਂ ਬਾਅਦ ਮਾਂ-ਬਾਪ ਵੀ ਪਰੇਸ਼ਾਨ ਦਿਖਾਈ ਦੇ ਰਹੇ ਨੇ। ਤਾਜ਼ਾ ਮਾਮਲਾ ਐਲਬਰਟਾ ਸੂਬੇ ਤੋਂ ਸਾਹਮਣੇ ਆਇਆ, ਜਿੱਥੇ ਹਸਪਤਾਲਾਂ ਵਿੱਚ ਜੇਕਰ ਕਿਸੇ ਬੱਚੇ ਨੇ ਇਲਾਜ ਕਰਵਾਉਣਾ ਹੈ ਤਾਂ ਉਹਨਾਂ ਨੂੰ ਦੇਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਵਿੱਚ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ। ਬਹੁਤ ਸਾਰੇ ਬੱਚੇ ਨੇ ਜਿਨ੍ਹਾਂ ਨੂੰ ਸਮੇਂ ਸਿਰ ਇਲਾਜ ਨਹੀਂ ਮਿਲ ਰਿਹਾ। ਐਲਬਰਟਾ ਸੂਬੇ ਤੋਂ ਇਸ ਬਾਰੇ ਹੋਰ ਕੀ ਜਾਣਕਾਰੀ ਸਾਹਮਣੇ ਆਈ ਹੈ, ਇੱਥੇ ਕੀ ਸਥਿਤੀ ਬਣੀ ਹੋਈ ਹੈ ਤੇ ਡਾਕਟਰਾਂ ਦਾ ਕੀ ਕਹਿਣਾ ਹੈ, ਤੁਹਾਨੂੰ ਦੱਸਾਂਗੇ ਸਾਰੀ ਜਾਣਕਾਰੀ ਇਸ ਖਬਰ ਵਿੱਚ। ਕੈਨੇਡਾ ਵਿੱਚ ਬੱਚਿਆਂ ਨੂੰ ਨਹੀਂ ਮਿਲ ਰਹੀਆਂ ਸਿਹਤ ਸੁਵਿਧਾਵਾਂ, ਡਾਕਟਰਾਂ ਨੇ ਕੀਤੀ ਚਿੰਤਾ ਜ਼ਾਹਰ। ਡਾਕਟਰਾਂ ਨੇ ਐਲਬਰਟਾ ਦੇ ਬਾਲ ਹਸਪਤਾਲਾਂ ਨੂੰ ਅਫੜਾ ਤਫੜੀ ਵਿੱਚ ਚੇਤਾਵਨੀ ਦਿੱਤੀ ਕਿਉਂਕਿ ਵਧੇਰੇ ਬੱਚਿਆਂ ਨੂੰ ਦੇਖਭਾਲ ਦੇ ਵਿੱਚ ਦੇਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐਲਬਰਟਾ ਵਿੱਚ ਡਾਕਟਰੀ ਸੂਬਾਈ ਸਰਕਾਰ ਨੂੰ ਬਾਲ ਹਸਪਤਾਲਾਂ ਦੇ ਸੰਕਟ ਦਾ ਸਾਹਮਣਾ ਕਰਨ ਲਈ ਤੁਰੰਤ ਅਤੇ ਪਾਰਦਰਸ਼ੀ ਕਾਰਵਾਈ ਕਰਨ ਦੀ ਮੰਗ ਕਰਦਾ ਹੈ।
ਕੈਲਗਰੀ ਵਿੱਚ ਅਲਬਰਟਾ ਚਿਲਡਰਨਸ ਹਸਪਤਾਲ ਅਤੇ ਐਡਮਿੰਟਨ ਵਿੱਚ ਸਟੋਲਰੀ ਚਿਲਡਰਨਸ ਹਸਪਤਾਲ ਵਿੱਚ ਇਨਫਲੂਐਂਜ਼ਾ RSV ਅਤੇ COVID-19 ਸਮੇਤ ਸਾਹ ਦੀਆਂ ਕਿੰਨੀਆਂ ਬਿਮਾਰੀਆਂ ਦੇ ਮਰੀਜ਼ ਵੱਧ ਰਹੇ ਨੇ। ACH ਅਲਬਰਟਾ ਚਿਲਡਰਨਸ ਹਸਪਤਾਲ ਅਤੇ ਅਲਬਰਟਾ ਹੈਲਥ ਸਰਵਿਸਿਜ਼ ਉੱਤੇ ਦਬਾਅ ਤੋਂ ਰਾਹਤ ਪਾਉਣ ਦੇ ਲਈ ਦਰਜਨਾਂ ਸਿਹਤ ਸੰਭਾਲ ਕਰਮਚਾਰੀਆਂ ਨੂੰ ਦੁਬਾਰਾ ਤਾਇਨਾਤ ਕੀਤਾ ਗਿਆ। ਸੋਮਵਾਰ ਨੂੰ ਕੀਤੀ ਪੁਸ਼ਟੀ ਦੇ ਵਿੱਚ ਹਸਪਤਾਲ ਹੁਣ ਬਾਹਰੀ ਮਰੀਜ਼ਾਂ ਦੀ ਦੇਖਭਾਲ ਨੂੰ ਵੀ ਮੁਲਤਵੀ ਕਰ ਰਿਹਾ। ਅਲਬਰਟਾ ਸੂਬੇ ਵੱਲੋਂ ਬੁਖਾਰ ਤੇ ਦਰਦ ਦੀ ਦਵਾਈ ਦੀਆਂ 50 ਲੱਖ ਬੋਤਲਾਂ ਖਰੀਦੀਆਂ ਗਈਆਂ, ਜਿਸ ਬਾਰੇ ਅਲਬਰਟਾ ਦੇ ਪ੍ਰੀਮੀਅਰ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਪ੍ਰੋਵਿੰਸ ਵਿੱਚ ਇਹ ਬੋਤਲਾਂ ਜਾਣੀ ਕਿ ਦਵਾਈ ਦੀਆਂ ਸ਼ੀਸ਼ੀਆਂ ਵੰਡੀਆਂ ਜਾਣਗੀਆਂ ਤੇ ਬਾਅਦ ਵਿੱਚ ਕੈਨੇਡਾ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਵੀ ਇਸ ਦੀ ਵੰਡ ਕੀਤੀ ਜਾਵੇਗੀ। ਅਲਬਰਟਾ ਦੇ ਪ੍ਰੀਮੀਅਰ ਦਾ ਇਸ ਬਾਰੇ ਹੋਰ ਕੀ ਕਹਿਣਾ ਹੈ, ਉਹਨਾਂ ਵੱਲੋਂ ਕੀ ਜਾਣਕਾਰੀ ਸਾਂਝੀ ਕੀਤੀ ਗਈ ਹੈ, ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਅਲਬਰਟਾ ਨੇ ਦਰਦ ਬੁਖਾਰ ਦੀਆਂ 50 ਲੱਖ ਦਵਾਈਆਂ ਖਰੀਦੀਆਂ। ਪਹਿਲਾਂ ਅਲਬਰਟਾ ਤੇ ਫਿਰ ਕੈਨੇਡਾ ਦੇ ਬਾਕੀ ਹਿੱਸਿਆਂ 'ਚ ਵੰਡੀਆਂ ਜਾਣਗੀਆਂ। ਅਲਬਰਟਾ ਸਰਕਾਰ ਦਾ ਕਹਿਣਾ ਹੈ ਕਿ ਅਲਬਰਟਾ ਹੈਲਥ ਸਰਵਿਸਿਜ਼ ਨੇ ਬੱਚਿਆਂ ਦੇ ਲਈ ਅਸੀਟੋਮਿਨਾਫਿਨ ਅਤੇ ਆਈਬੂਪ੍ਰੋਫਨ ਦੀਆਂ 50 ਲੱਖ ਦਵਾਈਆਂ ਖਰੀਦੀਆਂ ਨੇ ਅਤੇ ਇਹ ਦਵਾਈਆਂ ਪਹਿਲਾਂ ਸੂਬੇ ਭਰ ਵਿੱਚ ਅਤੇ ਬਾਅਦ 'ਚ ਪੂਰੇ ਕੈਨੇਡਾ ਵਿੱਚ ਵੰਡੀਆਂ ਜਾਣਗੀਆਂ। ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਅਤੇ ਸਿਹਤ ਮੰਤਰੀ ਜੇਸਨ ਕੋਪਿੰਗ ਨੇ ਮੰਗਲਵਾਰ ਸਵੇਰੇ ਡਾਊਨਟਾਊਨ ਐਡਮਿੰਟਨ ਡਰੱਗ ਸਟੋਰ ਤੋਂ ਐਲਾਨ ਕੀਤਾ। ਕੋਪਿੰਗ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਗਲੇ 2 ਦਿਨਾਂ ਵਿੱਚ ਅਸੀਂ ਮਨਜ਼ੂਰੀ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਅਤੇ ਇਸ ਵਾਧੂ ਸਪਲਾਈ ਨੂੰ ਕੈਨੇਡਾ ਅਤੇ ਅਲਬਰਟਾ ਫਾਰਮੇਸੀ ਸ਼ੈਲਫਾਂ ਅਤੇ ਹਸਪਤਾਲਾਂ ਵਿੱਚ ਜਿੰਨੀ ਜਲਦੀ ਪੋਸੀਬਲ ਹੋ ਸਕੇ ਪਹੁੰਚਾਉਣ ਦੇ ਲਈ ਅਲਬਰਟਾ ਹੈਲਥ ਸਰਵਿਸਿਜ਼ ਅਤੇ ਹੈਲਥ ਕੈਨੇਡਾ ਨਾਲ ਮਿਲ ਕੇ ਕੰਮ ਕਰਾਂਗੇ। ਉਹਨਾਂ ਕਿਹਾ ਕਿ ਇੱਕ ਵਾਰ ਪ੍ਰਵਾਨਗੀ ਮਿਲ ਜਾਣ ਫਿਰ ਸਾਨੂੰ ਕੁਝ ਹੀ ਹਫ਼ਤੇ ਚਾਹੀਦੇ ਨੇ। ਦਵਾਈਆਂ ਸਾਨੂੰ ਕਈ ਸ਼ਿਪਮੈਂਟਾਂ ਵਿੱਚ ਭੇਜੀ ਜਾਵੇਗੀ। ਜਦੋਂ ਇੱਕ ਸ਼ਿਪਮੈਂਟ ਪ੍ਰਾਪਤ ਹੋਵੇਗੀ ਤਾਂ ਬੋਤਲਾਂ ਸੂਬੇ ਭਰ ਵਿੱਚ ਫਾਰਮੇਸੀ ਦੁਆਰਾ ਆਰਡਰ ਕਰਨ ਦੇ ਲਈ ਉਪਲਬਧ ਹੋਣਗੀਆਂ ਅਤੇ ਇੱਕ ਹਫ਼ਤੇ ਅੰਦਰ ਵੰਡੀਆਂ ਜਾਣਗੀਆਂ। ਸਮਿਥ ਨੇ ਅੱਗੇ ਕਿਹਾ ਕਿ ਤੁਸੀਂ ਭਰੋਸਾ ਮਹਿਸੂਸ ਕਰ ਸਕਦੇ ਹੋ ਕਿ ਅਸੀਂ ਸਾਰੇ ਜਿੰਨੀ ਜਲਦੀ ਹੋ ਸਕੇ ਅੱਗੇ ਵਧ ਰਹੇ ਹਾਂ ਤਾਂ ਜੋ ਅਲਬਰਟਾ ਦੇ ਪਰਿਵਾਰ ਉਹਨਾਂ ਨੂੰ ਲੋੜੀਂਦੀ ਚੀਜ਼ ਪ੍ਰਾਪਤ ਕਰ ਸਕਣ। ਅਲਬਰਟਾ ਸਰਕਾਰ ਦਾ ਕਹਿਣਾ ਹੈ ਕਿ ਦਵਾਈਆਂ ਨੂੰ ਫਾਰਮੇਸੀਆਂ ਨੂੰ ਉਸ ਕੀਮਤ ਤੇ ਉਪਲਬਧ ਕਰਵਾ ਰਹੀ ਹੈ ਜਿਸ ਉੱਪਰ ਉਹ ਰਿਟੇਲ ਦੇ ਭਾਅ ਤੇ ਵੇਚ ਸਕਦੇ ਨੇ। ਕੋਪਿੰਗ ਦੇ ਅਨੁਸਾਰ ਇੱਕ ਵਾਰ ਅਲਬਰਟਾ ਫਾਰਮੇਸੀਆਂ ਅਤੇ ਹਸਪਤਾਲਾਂ ਵਿੱਚ ਸਟਾਕ ਪੂਰਾ ਹੋ ਜਾਵੇ ਜਿਸ ਤੋਂ ਬਾਅਦ ਪ੍ਰੋਵਿੰਸ ਇਹ ਨਿਰਧਾਰਿਤ ਕਰੇਗਾ ਕਿ ਹੋਰ ਅਧਿਕਾਰਿਤ ਖੇਤਰਾਂ ਵਿੱਚ ਇਸ ਮੈਡੀਸਿਨ ਨੂੰ ਕਿਵੇਂ ਸਾਂਝਾ ਕਰਨਾ ਹੈ। ਉਸ ਨੂੰ ਉਮੀਦ ਹੈ ਕਿ ਕੈਨੇਡਾ ਹੈਲਥ ਵਿਭਾਗ ਵੱਲੋਂ ਦਵਾਈਆਂ ਦੇ ਆਯਾਤ ਦੇ ਲਈ ਜਲਦੀ ਮਨਜ਼ੂਰੀ ਮਿਲ ਜਾਵੇਗੀ ਜਿਸ ਤੋਂ ਬਾਅਦ 2-3 ਹਫ਼ਤਿਆਂ ਅੰਦਰ ਹੀ ਪ੍ਰੋਵਿੰਸ ਅਤੇ ਪੂਰੇ ਕੈਨੇਡਾ ਵਿੱਚ ਦਵਾਈਆਂ ਦੀ ਸ਼ਿਪਮੈਂਟ ਸ਼ੁਰੂ ਹੋ ਜਾਵੇਗੀ। ਅਗਲਾ ਐਨਡੀਪੀ ਲੀਡਰ ਕੌਣ ਹੋਵੇਗਾ, ਇਸ ਬਾਰੇ ਲਗਾਤਾਰ ਚਰਚਾ ਹੋ ਰਹੀ ਹੈ, ਪਰ ਉਮੀਦਵਾਰ ਦੇ ਤੌਰ ਦੇ ਉੱਪਰ ਸਿਰਫ ਇੱਕ ਹੀ ਨਾਮ ਸਾਹਮਣੇ ਆਇਆ। ਦਰਅਸਲ ਇਹ ਜਾਣਕਾਰੀ ਓਨਟਾਰੀਓ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਓਨਟਾਰੀਓ ਐਨਡੀਪੀ ਲੀਡਰ ਦੀ ਚੋਣ ਹੋਵੇਗੀ। ਇਸ ਉਮੀਦਵਾਰੀ ਦੇ ਲਈ ਇੱਕ ਹੀ ਚਿਹਰਾ ਅੱਗੇ ਆਇਆ ਹੈ, ਜਿਸ ਬਾਰੇ ਉਮੀਦ ਜਤਾਈ ਜਾ ਰਹੀ ਹੈ ਤੇ ਇਹ ਕਿਹਾ ਜਾ ਰਿਹਾ ਹੈ ਕਿ ਉਹੀ ਹੁਣ ਓਨਟਾਰੀਓ ਐਨਡੀਪੀ ਦੀ ਅਗਲੀ ਲੀਡਰ ਹੋਵੇਗੀ। ਅਗਲੇ ਐਨਡੀਪੀ ਲੀਡਰ ਕੌਣ ਹੋਣਗੇ, ਉਹਨਾਂ ਦਾ ਨਾਮ ਸਾਹਮਣੇ ਆ ਚੁੱਕਿਆ ਹੈ। ਜੀ ਹਾਂ, ਮੈਰਿਟ ਸਟਾਈਲਸ ਹੁਣ ਅਗਲੇ ਐਨਡੀਪੀ ਲੀਡਰ ਹੋਣਗੇ। ਲੀਡਰਸ਼ਿਪ ਰੇਸ ਵਿੱਚ ਮੈਰਿਟ ਇਕਲੌਤੀ ਉਮੀਦਵਾਰ ਹੈ। ਦੱਸ ਦਈਏ ਕਿ ਟੋਰਾਂਟੋ ਐਮਪੀਪੀ ਮੈਰਿਟ ਓਨਟਾਰੀਓ ਐਨਡੀਪੀ ਦੇ ਅਗਲੇ ਲੀਡਰ ਹੋਣਗੇ। ਪਾਰਟੀ ਮੁਤਾਬਕ ਲੀਡਰਸ਼ਿਪ ਰੇਸ ਵਿੱਚ ਕੋਈ ਹੋਰ ਉਮੀਦਵਾਰ ਅੱਗੇ ਨਹੀਂ ਆਇਆ। ਸਟਾਈਲਸ ਜੋ ਕਿ ਡੈਵਨਪੋਰਟ ਦੇ ਡਾਊਨਟਾਊਨ ਰਾਈਡਿੰਗ ਦੀ ਨੁਮਾਇੰਦਗੀ ਕਰਦੇ ਹਨ, ਹੁਣ ਪਾਰਟੀ ਲੀਡਰ ਵਾਸਤੇ ਇਕਲੌਤੇ ਉਮੀਦਵਾਰ ਹੋਣਗੇ। ਇੱਕ ਪ੍ਰੈਸ ਰਿਲੀਜ਼ ਵਿੱਚ ਐਨਡੀਪੀ ਨੇ ਕਿਹਾ ਕਿ ਸਟਾਈਲਸ ਪਾਰਟੀ ਦੀਆਂ ਸਾਰੀਆਂ ਸ਼ਰਤਾਂ ਨੂੰ ਪੂਰਾ ਕਰਨ ਵਾਲੀ ਇਕਲੌਤੀ ਉਮੀਦਵਾਰ ਸੀ। ਸਟਾਈਲਸ ਨੇ 6 ਭੂਗੋਲਿਕ ਇਲਾਕਿਆਂ ਵਿੱਚੋਂ 4 ਇਲਾਕਿਆਂ ਅੰਦਰ 100 ਦਸਤਖਤ ਹਾਸਲ ਕੀਤੇ ਨੇ। ਪਾਰਟੀ ਵੱਲੋਂ ਪ੍ਰੋਵਿੰਸ ਨੂੰ 6 ਇਲਾਕਿਆਂ ਵਿੱਚ ਵੰਡਿਆ ਗਿਆ। ਓਨਟਾਰੀਓ ਐਨਡੀਪੀ ਦੇ ਪ੍ਰੈਜ਼ੀਡੈਂਟ ਦਾ ਕਹਿਣਾ ਹੈ ਕਿ ਮੈਰਿਟ ਲੋਕਾਂ ਨੂੰ ਉਮੀਦ ਦੇ ਸਕਦੀ ਹੈ। ਬ੍ਰੈਡੀ ਨੇ ਕਿਹਾ ਕਿ ਸਟਾਈਲਸ ਪ੍ਰੋਵਿੰਸ ਵਿੱਚ ਸਿਹਤ ਅਤੇ ਸਿੱਖਿਆ ਨੂੰ ਮੁੜ ਤੋਂ ਬਿਹਤਰ ਬਣਾਉਣ ਵਾਸਤੇ ਅਤੇ ਪ੍ਰੀਮੀਅਰ ਡਗਫੋਰਡ ਨੂੰ ਹਰਾਉਣ ਵਾਸਤੇ ਪ੍ਰੋਵਿੰਸ ਨੂੰ ਇਕਜੁੱਟ ਕਰ ਸਕਦੀ ਹੈ। ਉਹ ਕਹਿੰਦੇ ਨੇ ਕਿ ਸਾਡੀ ਪਾਰਟੀ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਹੈ। ਨਵੇਂ ਨੇਤਾ ਵਜੋਂ ਮੈਰਿਟ ਦੇ ਨਾਲ ਅਸੀਂ ਆਪਣੇ ਪਹੁੰਚ ਨੂੰ ਵਧਾਉਣ ਦੇ ਯੋਗ ਹੋਵਾਂਗੇ। ਦੱਸਣਯੋਗ ਹੈ ਕਿ ਸਟਾਈਲਸ ਦਾ ਜਨਮ ਨਿਊ ਫਾਊਂਡਲੈਂਡ ਵਿੱਚ ਹੋਇਆ। ਪਹਿਲੀ ਵਾਰ ਸਾਲ 2018 ਦੌਰਾਨ ਉਹ ਐਮਪੀਪੀ ਚੁਣੇ ਗਏ। ਇਸ ਤੋਂ ਪਹਿਲਾਂ ਉਹ ਟੋਰਾਂਟੋ ਪਬਲਿਕ ਸਕੂਲ ਬੋਰਡ ਟਰਸਟੀ ਅਤੇ ਫੈਡਰਲ ਐਨਡੀਪੀ ਦੇ ਪ੍ਰੈਜ਼ੀਡੈਂਟ ਵੀ ਰਹਿ ਚੁੱਕੇ ਨੇ। ਐਡਰੀਆ ਵੱਲੋਂ ਅਸਤੀਫਾ ਦਿੱਤਾ ਗਿਆ, ਜਿਸ ਤੋਂ ਬਾਅਦ ਹੁਣ ਪਾਰਟੀ ਦੇ ਵਿੱਚ ਕੋਈ ਵੀ ਲੀਡਰ ਨਹੀਂ ਹੈ। ਦੱਸ ਦਈਏ ਕਿ ਲੰਘੀਆਂ ਚੋਣਾਂ ਦੌਰਾਨ ਪਾਰਟੀ ਵਿੱਚ ਜੋ ਹਾਰ ਹੋਈ ਉਸ ਤੋਂ ਬਾਅਦ ਐਂਡਰੀਆ ਵੱਲੋਂ ਅਸਤੀਫਾ ਦਿੱਤਾ ਗਿਆ।
ਸਾਲ 2009 ਤੋਂ ਇਹ ਅਹੁਦੇ ਤੇ ਉਹ ਕਾਬਜ਼ ਰਹੇ ਨੇ ਤੇ ਉਹਨਾਂ ਵੱਲੋਂ 4 ਚੋਣਾਂ ਵਿੱਚ ਪਾਰਟੀ ਦੀ ਅਗਵਾਈ ਕੀਤੀ ਗਈ। ਟੋਰਾਂਟੋ ਡੈਨਫੋਰਥ ਦੇ ਐਮਪੀਪੀ ਪੀਟਰ ਨੂੰ ਜੂਨ ਦੇ ਆਖਿਰ ਵਿੱਚ ਇੰਟਰਿਮ ਨੇਤਾ ਅਪਾਇੰਟ ਕੀਤਾ ਗਿਆ ਸੀ। ਚੋਣਾਂ ਤੋਂ ਅਗਲੇ ਦਿਨ ਮੁਲਾਕਾਤ ਦੇ ਵਿੱਚ ਦੱਸਿਆ ਗਿਆ ਕਿ ਜੇਕਰ ਪਾਰਟੀ ਭਵਿੱਖ ਵਿੱਚ ਸਰਕਾਰ ਬਣਾਉਣ ਦੀ ਉਮੀਦ ਰੱਖਦੀ ਹੈ ਤਾਂ ਐਨਡੀਪੀ ਨੂੰ ਆਪਣੀ ਪਹੁੰਚ ਵਧਾਉਣ ਦੀ ਜ਼ਰੂਰਤ ਹੈ ਤੇ ਇਸ ਵਿੱਚ ਬਦਲਾਵ ਕਰਨਾ ਵੀ ਜ਼ਰੂਰੀ ਹੈ। ਕੈਨੇਡਾ ਦੇ ਇੱਕ ਹਿੱਸੇ ਤੋਂ ਅਜਿਹਾ ਮਾਮਲਾ ਸਾਹਮਣੇ ਹੈ ਜਿੱਥੇ ਸਵੇਰ ਵੇਲੇ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ, ਜਿਸ ਦੀ ਪੁਲਿਸ ਅਧਿਕਾਰੀ ਜਾਂਚ ਕਰ ਰਹੇ ਨੇ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਵਿਅਕਤੀ ਨੂੰ ਜਾਣੀ ਕਿ ਪੀੜਤ ਨੂੰ ਗੋਲੀ ਨਹੀਂ ਮਾਰੀ ਗਈ, ਪਰ ਅਜੇ ਇਸ ਸੰਬੰਧੀ ਉਹਨਾਂ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਕਿਸ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਉਸ ਸਸਪੈਕਟ ਦੀ ਵੀ ਭਾਲ ਜਾਰੀ ਹੈ। ਡੈਨਫੋਰਥ ਐਵੀਨਿਊ ਤੋਂ ਕਤਲ ਦਾ ਮਾਮਲਾ ਸਾਹਮਣੇ ਹੈ, ਜਿਸ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਟੋਰਾਂਟੋ ਪੁਲਿਸ ਦੇ ਹੋਮਿਸਾਈਡ ਸਕੁਆਡ ਵੱਲੋਂ ਦੱਸਿਆ ਗਿਆ ਕਿ ਇਹ ਮਾਮਲਾ ਸਵੇਰ ਵੇਲੇ ਸਾਹਮਣੇ ਆਇਆ। ਟੋਰਾਂਟੋ ਪੈਰਾਮੈਡਿਕਸ ਦੇ ਦੱਸਣ ਮੁਤਾਬਕ ਇਹ ਘਟਨਾ 2:30 ਦੇ ਕਰੀਬ ਵਾਪਰੀ, ਜਿੱਥੇ ਇੱਕ ਵਿਅਕਤੀ ਨੂੰ ਗੰਭੀਰ ਹਾਲਤ 'ਚ ਟਰਾਮਾ ਸੈਂਟਰ ਭਰਤੀ ਕਰਵਾਇਆ ਗਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਸ ਵਿਅਕਤੀ ਨੂੰ ਕਾਫੀ ਸੱਟਾਂ ਆਈਆਂ ਉਹ ਇਮਾਰਤ ਦੇ ਅੰਦਰ ਮੌਜੂਦ ਸੀ ਤੇ ਉਸ ਦੀ ਉਮਰ 50 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਆਫਿਸਰਸ ਦਾ ਕਹਿਣਾ ਹੈ ਕਿ ਇਸ ਵਿਅਕਤੀ ਨੂੰ ਸੀਪੀਆਰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਫਿਰ ਉਸ ਨੂੰ ਲੋਕਲ ਟਰਾਮਾ ਸੈਂਟਰ ਵਿੱਚ ਲਿਜਾਇਆ ਗਿਆ, ਪਰ ਇਸ ਵਿਅਕਤੀ ਦੀ ਜਾਨ ਨਹੀਂ ਬਚ ਸਕੀ ਤੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਵਿਅਕਤੀ ਦੇ ਉੱਪਰ ਗੋਲੀ ਨਹੀਂ ਮਾਰੀ ਗਈ, ਪਰ ਅਜੇ ਉਹਨਾਂ ਵੱਲੋਂ ਇਸ ਸੰਬੰਧੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਇਸ ਮਾਮਲੇ ਦੇ ਸੰਬੰਧ ਵਿੱਚ ਅਜੇ ਕੋਈ ਵਧੇਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਕਿਉਂਕਿ ਇਸ ਦੀ ਜਾਂਚ ਜਾਰੀ ਹੈ। ਫਿਲਹਾਲ ਪੀੜਤ ਦੀ ਪਹਿਚਾਣ ਵੀ ਨਹੀਂ ਦੱਸੀ ਗਈ। ਪੁਲਿਸ ਅਧਿਕਾਰੀਆਂ ਵੱਲੋਂ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਘਟਨਾ ਦੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਟੋਰਾਂਟੋ ਪੁਲਿਸ ਨਾਲ 4168082222 ਜਾਂ ਫਿਰ ਕ੍ਰਾਈਮ ਸਟਾਪਰਸ ਨਾਲ 4162228477 ਦੇ ਉੱਪਰ ਕਾਲ ਕਰਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਫਿਲਹਾਲ ਇਸ ਮਾਮਲੇ ਦੀ ਵਧੇਰੇ ਜਾਂਚ ਜਾਰੀ ਹੈ, ਜਿਸ ਤੋਂ ਬਾਅਦ ਅਗਲੀ ਅਪਡੇਟ ਦਿੱਤੀ ਜਾਵੇਗੀ। ਇੱਕ ਨਵਾਂ ਇਲੈਕਟ੍ਰਿਕ ਵਹੀਕਲ ਪਲਾਂਟ ਖੁੱਲਣ ਜਾ ਰਿਹਾ ਹੈ, ਜਿਸ ਬਾਰੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਜਾਣਕਾਰੀ ਦਿੱਤੀ ਗਈ। ਇੱਕ ਖਾਸ ਐਲਾਨ ਉਹਨਾਂ ਵੱਲੋਂ ਕੀਤਾ ਗਿਆ। ਇਸ ਮੌਕੇ ਤੇ ਓਨਟਾਰੀਓ ਦੇ ਪ੍ਰੀਮੀਅਰ ਡਗਫੋਰਡ ਵੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੌਜੂਦ ਰਹੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਓਨਟਾਰੀਓ ਦੇ ਪ੍ਰੀਮੀਅਰ ਡਗਫੋਰਡ ਵੱਲੋਂ ਸਾਂਝੇ ਤੌਰ ਤੇ ਉੱਪਰ ਇੱਕ ਐਲਾਨ ਕੀਤਾ ਗਿਆ। ਇਹ ਐਲਾਨ ਇਲੈਕਟ੍ਰਿਕ ਵਹੀਕਲ ਮੈਨੂਫੈਕਚਰਿੰਗ ਦੇ ਨਾਲ ਜੁੜਿਆ ਹੋਇਆ ਸੀ, ਜਿੱਥੇ ਦੋਹਾਂ ਵੱਲੋਂ ਦੱਸਿਆ ਗਿਆ ਕਿ ਕਿਸ ਤਰ੍ਹਾਂ ਇਲੈਕਟ੍ਰਿਕ ਵਹੀਕਲ ਮੈਨੂਫੈਕਚਰਿੰਗ ਦੇ ਨਾਲ ਆਰਥਿਕਤਾ ਦੇ ਉੱਪਰ ਅਸਰ ਪਵੇਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਨੂੰ ਇੱਕ ਵੱਡੀ ਉਪਲਬਧੀ ਦੇ ਤੌਰ ਤੇ ਉੱਪਰ ਦੇਖਿਆ ਜਾ ਰਿਹਾ ਹੈ। ਇਸ ਮੌਕੇ ਉਹਨਾਂ ਵੱਲੋਂ ਕਿਹੜੀਆਂ ਗੱਲਾਂ ਦਾ ਜ਼ਿਕਰ ਕੀਤਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। Today, as Mark pointed out, in record time, we're opening the first full-scale commercial electric vehicle plant in Canada. When we invested in GM's project, we knew we'd get results. Now, as the first BrightDrop electric vans come off the line, we get to see these results. And it's great to be here, Doug and Vic, but usually there's 4 of us for these announcements. And our friend François-Philippe Champagne, who worked incredibly hard as industry minister, if he were here, he'd be pointing out, Mark, the time of the text he sent you to get this rolling. He is tireless, as all our team members are, in drawing in announcements, and he really wishes he could be here today, but we have him over in Europe right now securing more deals for more workers across this country to be able to deliver for more jobs for Canadians. And of course, I want to thank the people at GM and Unifor and Premier Ford and his team for working together as partners to make this happen. But mostly, again, we need to talk about Canadian workers who, your skills, your ambition, and your hard work get the economy going and help us convince big companies like GM to continue investing in Canada. You know, just a few weeks ago, I was in the Indo-Pacific to strengthen our economic ties with the region, to create good jobs in Canada and more opportunities for our businesses. We know how important Asia is to the growing global economy. So during that G20 in Indonesia, I spoke to a room filled with business leaders to pitch them on what we're doing here in Canada, on why investing in Canada is exactly the right thing. So it's not just people who are as close as GM is, who sees up front all the potential that Canada has,
people from around the world noticing what Canada has. ਮੈਕਡੋਨਲਡ ਨੂੰ ਭਾਰੀ ਜੁਰਮਾਨਾ ਲੱਗਿਆ ਕਿਉਂਕਿ ਇੱਥੇ ਕਾਫੀ ਛੋਟੀ ਉਮਰ ਦੇ ਬੱਚੇ ਜ਼ਿਆਦਾ ਸਮੇਂ ਲਈ ਕੰਮ ਕਰ ਰਹੇ ਸਨ। ਬਾਲ ਮਜ਼ਦੂਰੀ ਦਾ ਇਹ ਜੋ ਮਾਮਲਾ ਸਾਹਮਣੇ ਆਇਆ, ਇਸ ਬਾਰੇ ਅਧਿਕਾਰੀਆਂ ਵੱਲੋਂ ਵੀ ਹੁਣ ਤੱਕ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਪੈਨਸਿਲਵੇਨੀਆ ਵਿੱਚ ਕਈ ਮੈਕਡੋਨਲਡਸ ਰੈਸਟੋਰੈਂਟਾਂ ਦੇ ਮਾਲਕਾਂ ਉੱਤੇ ਬਾਲ ਮਜ਼ਦੂਰੀ ਕਾਨੂੰਨਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਗਿਆ। ਕੰਪਲੇਂਟ ਦੇ ਮੁਤਾਬਕ 100 ਤੋਂ ਵੱਧ ਬੱਚੇ ਕਥਿਤ ਤੌਰ ਉੱਤੇ ਜ਼ਿਆਦਾ ਘੰਟੇ ਕੰਮ ਕਰ ਰਹੇ ਸਨ। ਅਮਰੀਕੀ ਕਿਰਤ ਵਿਭਾਗ ਨੇ ਸੋਮਵਾਰ ਨੂੰ ਘੋਸ਼ਣਾ ਕੀਤੀ ਹੈ ਕਿ ਪਿਟਸਬਰਗ ਖੇਤਰ ਵਿੱਚ ਮੈਕਡੋਨਲਡ ਦੇ 13 ਟਿਕਾਣਿਆਂ ਉੱਤੇ ਨੌਜਵਾਨ ਕਰਮਚਾਰੀਆਂ ਦੀ ਸੁਰੱਖਿਆ ਲਈ ਬਣਾਏ ਗਏ ਕਿਰਤ ਕਾਨੂੰਨਾਂ ਦੀ ਉਲੰਘਣਾ ਕੀਤੀ ਗਈ ਹੈ। ਇੱਕ ਜਾਂਚ ਵਿੱਚ ਪਾਇਆ ਗਿਆ ਹੈ ਕਿ 101 ਬਾਲ ਕਰਮਚਾਰੀ ਮਨਜ਼ੂਰਸ਼ੁਦਾ ਸਮੇਂ ਤੋਂ ਬਾਅਦ ਬਹੁਤ ਜ਼ਿਆਦਾ ਘੰਟੇ ਕੰਮ ਕਰ ਰਹੇ ਸਨ। ਮੈਕਡੋਨਲਡਸ ਰੈਸਟੋਰੈਂਟਾਂ ਦੀ ਮਲਕੀਅਤ ਜੌਨ ਅਤੇ ਕੈਥਰੀਨ ਸੈਂਟੋਸ ਨਾਸਟੇਸੋ ਦੀ ਸੀ, ਜੋ ਪਿਟਸਬਰਗ ਦੇ ਨੇੜੇ ਬ੍ਰਿਸਵਿਲੇ, ਪੈਨਸਿਲਵੇਨੀਆ ਵਿੱਚ ਸਥਿਤ ਸੈਂਟੋਸ ਨਾਸਟੇਸੋ ਐਂਟਰਪ੍ਰਾਈਜ਼ ਦਾ ਸੰਚਾਲਨ ਕਰਦੇ ਨੇ। ਜਾਂਚ ਵਿੱਚ ਪਾਇਆ ਗਿਆ ਹੈ ਕਿ 14 ਅਤੇ 15 ਸਾਲ ਦੇ ਬੱਚਿਆਂ ਨੂੰ ਸਕੂਲੀ ਹਫ਼ਤੇ ਦੌਰਾਨ ਦਿਨ ਵਿੱਚ 3 ਘੰਟੇ ਜਾਂ ਹਫ਼ਤੇ ਵਿੱਚ 18 ਘੰਟੇ ਤੋਂ ਵੱਧ ਕੰਮ ਦਿੱਤਾ ਗਿਆ। ਨਾਬਾਲਗ ਵੀ ਸਕੂਲ ਦੀ ਰਾਤ ਨੂੰ 7 ਵਜੇ ਤੋਂ ਪਹਿਲਾਂ ਅਤੇ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਰਾਤ 9 ਵਜੇ ਤੋਂ ਪਹਿਲਾਂ ਕੰਮ ਕਰਦੇ ਰਹੇ, ਜੋ ਕਿ ਦੋਵੇਂ ਉਲੰਘਣਾ ਹੇਠ ਆਉਂਦੇ ਨੇ। ਕਿਰਤ ਵਿਭਾਗ ਦੇ ਮਜ਼ਦੂਰੀ ਅਤੇ ਘੰਟੇ ਦੇ ਜ਼ਿਲ੍ਹਾ ਡਾਇਰੈਕਟਰ ਜੌਨ ਡੂਮੋਂਟ ਨੇ ਕਿਹਾ ਕਿ ਨੌਜਵਾਨ ਕਾਮਿਆਂ ਨੂੰ ਬਹੁਤ ਜ਼ਿਆਦਾ ਘੰਟੇ ਕੰਮ ਕਰਨ ਦੀ ਇਜਾਜ਼ਤ ਦੇਣਾ ਉਹਨਾਂ ਦੀ ਸੁਰੱਖਿਆ, ਤੰਦਰੁਸਤੀ ਅਤੇ ਸਿੱਖਿਆ ਨੂੰ ਖਤਰੇ ਵਿੱਚ ਪਾ ਸਕਦਾ ਹੈ। ਨੌਜਵਾਨ ਕਰਮਚਾਰੀਆਂ ਨੂੰ ਨੌਕਰੀ ਤੇ ਰੱਖਣ ਵਾਲੇ ਮਾਲਕਾਂ ਨੂੰ ਫੈਡਰਲ ਬਾਲ ਮਜ਼ਦੂਰੀ ਕਾਨੂੰਨਾਂ ਨੂੰ ਸਮਝਣਾ, ਉਹਨਾਂ ਦੀ ਪਾਲਣਾ ਕਰਨੀ ਆਉਣਾ ਚਾਹੀਦਾ ਹੈ, ਜਾਂ ਫਿਰ ਮਹਿੰਗੇ ਨਤੀਜਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇੱਕ ਹੋਰ ਮੈਕਡੋਨਲਡ ਵਿੱਚ ਦੇਖਿਆ ਗਿਆ ਕਿ ਇੱਕ 16 ਸਾਲ ਦੇ ਬੱਚੇ ਨੂੰ ਇੱਕ ਡੂੰਗੀ ਫਰਾਇਰ ਚਲਾਉਣ ਦੀ ਇਜਾਜ਼ਤ ਦਿੱਤੀ ਗਈ, ਜਿਸ ਵਿੱਚ ਆਪਣੇ ਆਪ ਚੁੱਕਣ ਅਤੇ ਟੋਕਰੀਆਂ ਨੂੰ ਹੇਠਾਂ ਕਰਨ ਦੇ ਲਈ ਕੋਈ ਉਪਕਰਨ ਨਹੀਂ ਸੀ। ਇੱਥੇ ਦੱਸ ਦਈਏ ਕਿ ਸੈਂਟੋ ਨਾਸਟੇਸੋਸ ਨੂੰ $57,332 ਦਾ ਸਿਵਲ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਗਿਆ। ਸੈਂਟੋਸ ਨਾਸਟੇਸੋ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਸੀਂ ਇੱਕ ਸਥਾਨਕ ਰੋਜ਼ਗਾਰ ਦਾਤਾ ਵਜੋਂ ਆਪਣੀ ਭੂਮਿਕਾ ਨੂੰ ਬੜੀ ਗੰਭੀਰਤਾ ਨਾਲ ਲੈਂਦੇ ਹਾਂ ਅਤੇ ਸਾਡੇ ਰੈਸਟੋਰੈਂਟਾਂ ਵਿੱਚ ਹੋਣ ਵਾਲੀਆਂ ਕਿਸੇ ਵੀ ਸਮਾਂ ਸਾਰਣੀ ਸੰਬੰਧੀ ਸਮੱਸਿਆ ਲਈ ਸਾਨੂੰ ਅਫਸੋਸ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਇਮੀਗ੍ਰੇਸ਼ਨ ਦਾ ਰਿਕਾਰਡ ਰਿਹਾ ਕਾਇਮ, 10,000 ਤੋਂ ਵੱਧ ਨੂੰ ਮਿਲੀ PR। ਇਸ ਹਫ਼ਤੇ ਫਿਰ ਪਵੇਗੀ ਸਨੋ, ਜਾਣੋ ਮੌਸਮ ਦੇ ਹਾਲਾਤ। ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ, 2 ਵਿਅਕਤੀ ਹੋਏ ਜ਼ਖਮੀ। ਡੈਨੀ 14 ਨੂੰ ਮਿਲੀ ਵੱਡੀ ਰਾਹਤ, ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਹੋਈ ਬਰੀ। ਖਬਰਾਂ ਦੇ ਇਸ ਬੁਲੇਟਿਨ ਵਿੱਚ ਨਹੀਂ, ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।